ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਇੱਕ ਬਹੁਤ ਹੀ ਜ਼ਰੂਰੀ ਸਬਜੈਕਟ ਦੇ ਉੱਤੇ ਵਿਚਾਰ ਕਰਨ ਵਾਸਤੇ। ਉਹ ਸਬਜੈਕਟ ਸਾਡਾ ਹੈਗਾ ਕਣਕਾਂ ਨੂੰ ਅੱਗ ਤੋਂ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਔਰ ਕੀ ਸਾਨੂੰ ਕਰਨਾ ਚਾਹੀਦਾ। ਔਰ ਜਦ ਕਿ ਆਪਾਂ ਕਰਦੇ ਹਾਂ ਉਦੋਂ ਕਰਦੇ ਹਾਂ ਜਦੋਂ ਸਮਾਂ ਲੰਘ ਜਾਂਦਾ। ਆਪਾਂ ਨੂੰ ਪਹਿਲਾਂ ਸੁਚੇਤ ਹੋ ਕੇ ਬਹੁਤ ਕੁਝ ਕਰਨਾ ਬਣਦਾ ਹੈ ਜੋ ਇਸ ਮੰਚ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਆਪਣੇ ਕੋਲ ਦੇਖੋ ਘਰ ਬਹੁਤ ਕੁਝ ਇਹੋ ਜਿਹਾ ਕੁਝ ਹੈਗਾ ਜਿਹੜਾ ਆਪਾਂ ਅਗਾਊਂ ਪ੍ਰਬੰਧ ਕਰਕੇ ਰੱਖਦੇ ਹਾਂ। ਘਰੇ ਰਾਸ਼ਨ ਰੱਖਦੇ ਹਾਂ, ਡਾਂਗ ਰੱਖਦੇ ਹਾਂ, ਰਿਵਾਲਵਰ ਰੱਖਦੇ ਹਾਂ, ਬੰਦੂਕ ਰੱਖਦੇ ਹਾਂ। ਉਹ ਸਾਰਾ ਕੁਝ ਕਿਉਂ ਰੱਖਦੇ ਹਾਂ ਕਿ ਮੌਕਾ ਪੈਣ 'ਤੇ ਆਪਣੇ ਕੰਮ ਆਵੇ। ਪਰ ਜਿਹੜੀ ਆਪਣੇ ਪੁੱਤਾਂ ਵਰਗੀ ਕਣਕ ਹੈਗੀ ਆ ਉਹਦੇ ਵਾਸਤੇ ਆਪਾਂ ਕੁਝ ਵੀ ਨਹੀਂ ਕਰਦੇ। ਆਪਣਾ ਕਰਨਾ ਬਣਦਾ ਉਹੀ ਵਿਚਾਰ ਅੱਜ ਆਪਾਂ ਸਾਂਝੇ ਕਰਨੇ ਹੈਗੇ ਆ। ਔਰ ਅੱਗ ਜਦੋਂ ਵੀ ਲੱਗਦੀ ਹੈ ਸਭ ਤੋਂ ਪਹਿਲਾਂ ਕੋਈ ਵੀ ਹੋਵੇ ਹਰ ਇੱਕ ਦਾ ਬਾਹ ਅੱਗ ਨਾਲ ਨਹੀਂ ਪਿਆ ਹੁੰਦਾ ਤੇ ਪੈਣਾ ਵੀ ਨਹੀਂ ਚਾਹੀਦਾ। ਪਰਮਾਤਮਾ ਕਰੇ ਕਦੇ ਕਿਸੇ ਨੂੰ ਇਹਦੇ ਨਾਲ ਬਾਹ ਨਾ ਪਵੇ, ਪਰ ਬਾਹ ਪੈਂਦਾ ਜ਼ਰੂਰ ਆ। ਸਵੇਰ ਤੋਂ ਲਾ ਕੇ ਸ਼ਾਮ ਤੱਕ ਪੈਂਦਾ। ਇੱਕ ਰਸੋਈ ਤੋਂ ਲਾ ਕੇ ਆਪਣਾ ਅੱਗ ਨਾਲ ਬਾਹ ਹੀ ਹੈਗਾ। ਰਸੋਈ ਖਾਣਾ ਬਣਾਉਣ ਤੋਂ ਲਾ ਕੇ ਰੇਲਵੇ, ਫੈਕਟਰੀਆਂ, ਜਹਾਜ਼ ਚਲਾਉਣ ਤੱਕ ਅੱਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਵਰ ਦੇ ਰੂਪ 'ਚ ਸਾਨੂੰ ਕੰਮ ਦਿੰਦੀ ਹੈ। ਇਹ ਸਾਡੀ ਦੋਸਤ ਹੈ ਜਾਂ ਦੁਸ਼ਮਣ ਹੈ, ਇਹ ਸਾਡੇ ਵਿਹਾਰ 'ਤੇ ਅਸੀਂ ਉਹਦੇ ਨਾਲ ਕਿਵੇਂ ਵਿਹਾਰ ਕਰਦੇ ਹਾਂ ਉਹ 'ਤੇ ਡਿਪੈਂਡ ਕਰਦਾ ਹੈ, ਉਹ 'ਤੇ ਨਿਰਭਰ ਕਰਦਾ ਹੈ। ਜਦੋਂ ਤੱਕ ਅਸੀਂ ਅੱਗ ਦੇ ਨਾਲ ਸਹੀ ਮੇਨਟੇਨੈਂਸ ਰੱਖਦੇ ਹਾਂ, ਸਹੀ ਵਿਹਾਰ ਕਰਦੇ ਹਾਂ, ਉਹ ਸਾਨੂੰ ਕੰਮ ਦਿੰਦੀ ਹੈ। ਅਸੀਂ ਉਦੋਂ ਖਾਣਾ ਬਣਾਉਣ ਤੋਂ ਲਾ ਕੇ ਸਾਰੇ ਕੰਮ ਕਰਦੇ ਹਾਂ ਔਰ ਉਹ ਸਾਡੀ ਦੋਸਤ ਹੈ। ਦੁਸ਼ਮਣ ਕਦੋਂ ਆ? ਜਦੋਂ ਸਾਡਾ ਮੇਨਟੇਨੈਂਸ ਠੀਕ ਨਹੀਂ ਹੁੰਦਾ, ਸਾਡਾ ਰੱਖ ਰਖਾਓ ਠੀਕ ਨਹੀਂ ਹੁੰਦਾ, ਸਾਡੇ ਕੋਲ ਉਹ ਪੂਰੇ ਸਾਧਨ ਨਹੀਂ ਹੁੰਦੇ ਜਿਹਦੇ ਨਾਲ ਅਸੀਂ ਅੱਗ ਬੁਝਾ ਸਕੀਏ। ਉਹ ਸਾਡੀਆਂ ਕਮੀਆਂ ਨੇ। ਇਹ ਕਮੀਆਂ ਅਸੀਂ ਦੂਰ ਕਰਨੀਆਂ ਹਨ। ਇਹਨਾਂ ਵਾਸਤੇ ਵਿਚਾਰ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਜਦੋਂ ਅੱਗ ਲੱਗਦੀ ਆ ਹਰ ਇੱਕ ਬੰਦਾ ਘਬਰਾ ਜਾਂਦਾ ਹੈ। ਘਬਰਾਉਣਾ ਨਹੀਂ। ਸਭ ਤੋਂ ਪਹਿਲਾਂ ਅੱਗਾਂ ਲੱਗਦੀਆਂ ਕਿਵੇਂ ਹਨ, ਕੀ ਕਾਰਨ ਹੈ ਅੱਗ ਲੱਗਣ ਦੇ, ਉਹਨਾਂ ਕਾਰਨਾਂ ਨੂੰ ਆਪਾਂ ਦੂਰ ਕਰਨਾ ਹੈਗਾ। ਉਹ ਕਾਰਨ ਕੀ ਹੈ? ਕਣਕ ਦੀ ਅੱਗ ਵਾਸਤੇ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਬੀੜੀ ਸਿਗਰਟ ਕੋਈ ਪੀ ਕੇ ਸੱਟ ਜਾਂਦਾ, ਉਹਦੇ ਨਾਲ ਸਾਨੂੰ ਖਤਰਾ ਬਣ ਜਾਂਦਾ, ਅੱਗ ਲੱਗ ਜਾਂਦੀ ਆ। ਕੂੜੇ ਦੇ ਢੇਰ ਅੱਜ ਕੱਲ੍ਹ ਆਪਣੇ ਘਰ ਖੇਤਾਂ ਦੇ ਵਿੱਚ ਵੀ ਹੈਗੇ ਆ। ਅੱਗੇ ਤਾਂ ਪਿੰਡਾਂ 'ਚ ਹੁੰਦੇ ਆ ਤਾਂ ਪਿੰਡਾਂ ਤੋਂ ਉਨਾ ਖਤਰਾ ਉੱਥੇ ਤੱਕ ਨਹੀਂ ਪਹੁੰਚਦਾ, ਪਰ ਅੱਜ ਕੱਲ੍ਹ ਜਗ੍ਹਾ ਜਗ੍ਹਾ ਘਰ ਆਪਾਂ ਅੱਡੋ ਅੱਡ ਬਣਾਏ ਹੋਏ ਆ। ਚੁੱਲ੍ਹੇ ਆਪਣੇ ਸਾਰਿਆਂ ਦੇ ਘਰੇ ਹੈਗੇ ਆ ਔਰ ਚੁੱਲ੍ਹੇ ਦੀ ਜਿਹੜੀ ਰਾਖ ਹੁੰਦੀ ਆ ਉਹ ਕੋਈ ਨਾ ਕੋਈ ਸੁਆਹ ਰਹਿ ਜਾਂਦੀ ਆ, ਉਹ ਆਪਾਂ ਰੂੜੀ 'ਤੇ ਸਿੱਟ ਦਿੰਦੇ ਆ। ਉਹੀ ਬਾਬਰਲਾ ਬਣ ਕੇ ਆਪਣੇ ਖੇਤਾਂ ਨੂੰ ਨੁਕਸਾਨ ਪਹੁੰਚਾ ਦਿੰਦੀ ਆ। ਅੱਗੇ ਬਿਜਲੀ ਦੀਆਂ ਤਾਰਾਂ ਨਾਲ, ਥ੍ਰੈਸ਼ਰ ਦੇ ਨਾਲ, ਥ੍ਰੈਸ਼ਰ 'ਚੋਂ ਕੋਈ ਨਾ ਕੋਈ ਚਿੰਗਾਰੀ ਨਿਕਲ ਆਈ ਜਾਂ ਕਿ ਰੋੜਾ ਫਸ ਗਿਆ, ਆਪਾਂ ਨੂੰ ਪਤਾ ਹੀ ਹੈ ਸਾਰਾ। ਕੰਬਾਈਨ ਦੇ ਨਾਲ ਔਰ ਰੇਲਵੇ ਲਾਈਨ ਦਾ ਇੰਜਨ ਆਪਣੇ ਤਾਂ ਇੱਥੇ ਨੇੜੇ ਹੀ ਹੈ ਰੇਲਵੇ ਲਾਈਨ, ਉਦੋਂ ਵੀ ਕਈ ਵਾਰ ਖਤਰਾ ਹੋ ਜਾਂਦਾ। ਉਹ ਇੰਜਨ ਨਾਲ ਵੀ ਬਹੁਤ ਵਾਰੀਆਂ ਅੱਗਾਂ ਲੱਗੀਆਂ ਹਨ। ਸ਼ਰਾਰਤੀ ਅੰਸਰ ਤੋਂ ਭਾਵ ਉਹਨਾਂ ਲੋਕਾਂ ਦਾ ਮਨੋ ਸਥਿਤੀ ਇਹੋ ਜਿਹੀ ਹੁੰਦੀ ਆ, ਉਹ ਦੂਜੇ ਦਾ ਨੁਕਸਾਨ ਕਰਕੇ ਸਵਾਦ ਲੈਂਦੇ ਆ। ਇਹ ਦੇਖਿਆ ਬਹੁਤ ਸਾਰੇ ਲੜਾਈ ਝਗੜੇ ਕਰਕੇ, ਆਪਸੀ ਦੁਸ਼ਮਣੀ ਕਰਕੇ ਅੱਗ ਇੱਕ ਦੂਜੇ ਲਾ ਦਿੰਦੇ ਹਨ। ਆਪਣਾ ਨਿਗਾਹ ਰੱਖਣਾ ਬਣਦਾ ਹੈ। ਔਰ ਅਸਮਾਨੀ ਬਿਜਲੀ ਨਾਲ ਅੱਗ ਲੱਗ ਜਾਂਦੀ ਹੈ। ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਬਹੁਤ ਸਾਰੀਆਂ ਇਹੋ ਜਿਹੇ ਕਾਰਨ ਹੁੰਦੇ ਜਿੱਥੇ ਬਿਜਲੀ ਡਿੱਗ ਪੈਂਦੀ ਹੈ। ਮੈਨੂੰ ਤਾਂ ਛੋਟੇ ਹੁੰਦੇ ਦਾ ਇੱਕ ਧਿਆਨ ਹੈਗਾ ਕਿ ਛੋਟੇ ਹੁੰਦੇ ਸਾਡੇ ਪਿੰਡ ਉਦੋਂ ਕੁੰਨੂ ਲਾਉਂਦੇ ਹੁੰਦੇ ਆਪਾਂ ਵੱਡੇ ਵੱਡੇ ਕਣਕਾਂ ਦੇ, ਔਰ ਉਹਦੇ 'ਤੇ ਕਿਤੇ ਕੋਈ ਸੱਪ ਹੋਣਾ, ਸੱਪ 'ਤੇ ਡਿੱਗੀ ਸੀ, ਉੱਥੋਂ ਬਹੁਤ ਵੱਡੀ ਅੱਗ ਲੱਗੀ ਸੀ। ਔਰ ਖੇਤ 'ਚ ਆਪਾਂ ਚਾਹ ਬਣਾਉਂਦੇ ਹਾਂ, ਉਹ ਆਪਾਂ ਜੇ ਕੋਈ ਉੱਥੇ ਥੋੜ੍ਹੀ ਬਹੁਤ ਅੱਗ ਰਹਿ ਜਾਂਦੀ ਆ, ਹਵਾ ਨਾਲ ਉਹ ਭੱਖ ਜਾਂਦੀ ਆ, ਤਾਂ ਉਹ ਤੋਂ ਵੀ ਆਪਣਾ ਕਾਰਨ ਬਣ ਜਾਂਦਾ। ਅਕਸਰ ਅੱਗਾਂ ਲੱਗਦੀਆਂ ਹਨ। ਇਹ ਆਪਾਂ ਨੂੰ ਗੱਲ ਸਾਂਝੀ ਕਰਨੀ ਬਣਦੀ ਹੈ। ਇੱਕ ਵਾਰ ਤੁਹਾਡੇ ਨੇੜੇ ਰਾਏਸਰ ਪਿੰਡ ਹੈਗਾ, ਰਾਏਸਰ ਤੋਂ ਲਾ ਕੇ ਠੀਕਰੀ ਵਾਲ ਤੱਕ ਅੱਗ ਹੀ ਅੱਗ ਸੀ। ਜੇਲ੍ਹ ਤੱਕ, ਚੀਮਿਆਂ ਤੱਕ ਅੱਗ ਸੀ, ਜਿਹੜੀ ਬੜੀ ਔਖੀ ਬੁਝੀ ਸੀ। ਬਹੁਤ ਸਾਰੀਆਂ ਗੱਡੀਆਂ ਮੰਗਾਈਆਂ ਸੀਗੀਆਂ ਤੇ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਸੀਗਾ। ਔਰ ਇਸ ਕਰਕੇ ਆਪਣਾ ਇਹਨਾਂ ਸਾਰੀਆਂ ਅੱਗਾਂ ਨੂੰ ਰੋਕਣ ਵਾਸਤੇ ਆਪਾਂ ਕੀ ਕਰਨਾ ਹੈ? ਜਦੋਂ ਵੀ ਅੱਗ ਲੱਗਦੀ ਹੈ ਆਪਾਂ ਸਭ ਤੋਂ ਪਹਿਲਾਂ ਘਬਰਾਉਣਾ ਨਹੀਂ। ਘਬਰਾ ਜਾਂਦੇ ਆ ਲੋਕ, ਸਹੀ ਟੈਲੀਫੋਨ 'ਤੇ ਦੱਸ ਵੀ ਨਹੀਂ ਪਾਉਂਦੇ। ਆਪਾਂ ਗੁਰੂ ਘਰ ਨਾਲ ਇੱਥੇ ਗ੍ਰੰਥੀ ਸਾਹਿਬ ਨਾਲ ਜੁੜ ਕੇ ਰਹਿਣਾ। ਗ੍ਰੰਥੀ ਸਾਹਿਬ ਨੂੰ ਇਹਨੇ 20 ਦਿਨ ਕਹਿ ਕੇ ਰੱਖਣਾ ਕਿ ਜਦੋਂ ਵੀ ਕੋਈ ਫੋਨ ਆਉਂਦਾ ਉਹ ਅਨਾਊਂਸਮੈਂਟ ਕਰ ਦੇਣ ਵੀ ਫਲਾਣੇ ਪਾਸੇ ਫਲਾਣੇ ਖੇਤ, ਪੂਰੀ ਸਾਈਡ ਦੱਸਣ ਉਹ ਉੱਥੇ ਅੱਗ ਲੱਗੀ ਆ, ਆਪਾਂ ਸਾਰੇ ਉੱਥੇ ਪਹੁੰਚੀਏ ਤੇ ਉਹ ਖੇਤ ਵਾਲੇ ਦੀ ਮਦਦ ਕਰੀਏ।
ਆਪਣਾ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਦਿਨਾਂ 'ਚ ਆਪਾਂ ਖੇਤਾਂ 'ਚ ਜ਼ਿਆਦਾ ਡਿਊਟੀ ਦਈਏ ਤਾਂ ਕਿ ਕਿਸੇ ਦੀ ਵੀ ਅੱਗ ਲੱਗਦੀ ਹੈ ਤਾਂ ਇੱਕ ਦੂਜਾ ਬੰਦਾ ਨਿਗਾਹ ਰੱਖ ਸਕਦਾ ਹੈ ਔਰ ਛੇਤੀ ਨੁਕਸਾਨ ਤੋਂ ਬਚਾਅ ਹੋ ਸਕਦਾ ਹੈਗਾ। ਔਰ ਉਹਦੇ ਨਾਲ ਨਾਲ ਤੁਹਾਡੇ ਕੋਲੇ ਫਾਇਰ ਬ੍ਰਿਗੇਡ ਹੈਗਾ, ਫਾਇਰ ਬ੍ਰਿਗੇਡ ਨੂੰ ਕਾਲ ਕਰ ਸਕਦੇ ਆ। ਆਪਣੇ ਪਿੰਡਾਂ 'ਚ ਪਾਣੀ ਵਾਲੀਆਂ ਟੈਂਕੀਆਂ ਹੈਗੀਆਂ ਨੇ ਜਿਹੜੀਆਂ ਸਿਮਰਨਜੀਤ ਸਿੰਘ ਮਾਨ ਜੀ ਤੋਂ ਸ਼ੁਰੂ ਹੋਈਆਂ ਸੀਗੀਆਂ, ਪਹਿਲਾਂ ਉਹਨਾਂ ਨੇ ਦਿੱਤੀਆਂ ਸੀ, ਉਸ ਤੋਂ ਬਾਅਦ ਤਾਂ ਹੁਣ ਕਾਫੀ ਟੈਂਕੀਆਂ ਹਰੇਕ ਪਿੰਡ ਹੈਗੀਆਂ ਨੇ, ਇੱਕ ਇੱਕ ਦੋ ਦੋ ਤਾਂ ਹਰੇਕ ਪਿੰਡ ਹੀ ਹੈਗੀਆਂ ਨੇ। ਉਹਨਾਂ ਨੂੰ ਭਰ ਕੇ ਰੱਖੀਏ। ਆਪਣੇ ਜਿਹੜੇ ਬੋਰ ਦੇ ਕੋਲੇ ਆਪਣਾ ਖੇਲ ਬਣੀ ਹੁੰਦੀ ਹੈ, ਖੇਲ ਨੂੰ ਭਰ ਕੇ ਰੱਖੀਏ, ਖਾਲ ਭਰ ਕੇ ਰੱਖੀਏ, ਉੱਥੇ ਪੀਪੀਆਂ ਜਾਂ ਪੀਪੇ ਕੱਟ ਕੇ ਰੱਖੀਏ ਔਰ ਉਹ ਸਾਰੇ ਉੱਥੇ ਹੀ ਪਏ ਰਹਿਣ ਤਾਂ ਕਿ ਕੋਈ ਵੀ ਆਪਾਂ ਖੇਤ ਨਹੀਂ ਹੈਗੇ ਦੂਸਰੇ ਬੰਦੇ ਦੇ ਕੰਮ ਆ ਜਾਣ। ਇਹ ਥੋੜ੍ਹੇ ਦਿਨ ਦੀ ਗੱਲ ਹੈਗੀ ਆ, ਇਹ ਆਪਣੀ ਫਸਲ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਹੈਗਾ। ਔਰ ਆਪਣੇ ਕੋਲ ਕੋਈ ਸੂਆ ਹੈਗਾ, ਉੱਥੇ ਪਾਣੀ ਹੈਗਾ ਤਾਂ ਉੱਥੋਂ ਪਾਣੀ ਸਾਡੀ ਗੱਡੀ ਲੈ ਸਕਦੀ ਹੁੰਦੀ ਆ, ਨਹਿਰ ਤੋਂ ਲੈ ਸਕਦੀ ਹੁੰਦੀ ਆ, ਟੋਭੇ 'ਚੋਂ ਲੈ ਸਕਦੀ ਹੁੰਦੀ ਆ। ਇਹਦੇ ਨਾਲ ਨਾਲ ਆਪਣਾ ਫਰਜ਼ ਹੈਗਾ ਕਿ ਆਪਾਂ ਜਿਹੜੀ ਪਿੰਡ ਦੀ ਟੈਂਕੀ ਹੈ ਉੱਥੇ ਬੰਦਾ ਹਰ ਟਾਈਮ ਹੋਵੇ। ਇਹਨਾਂ ਦਿਨਾਂ 'ਚ 20-25 ਦਿਨ ਵਾਸਤੇ ਜਿਹੜਾ ਬੰਦੇ ਉੱਥੇ ਡਿਊਟੀ ਹੈਗੀ ਉਹ ਪੱਕਾ ਹੋਵੇ। ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਪੱਕਾ ਉੱਥੇ ਰਹਿਣ ਦੀ ਤਾਕੀਦ ਕੀਤੀ ਜਾਵੇ ਔਰ ਉਹ ਟੈਂਕੀ ਭਰ ਕੇ ਰੱਖੀ ਜਾਵੇ। ਔਰ ਇਹ ਸਾਰੇ ਸਾਧਨ ਜਿਹੜੇ ਹੈਗੇ ਆਪਾਂ ਤਿਆਰ ਰੱਖਣੇ ਹੈਗੇ। ਔਰ ਇਹਦੇ ਨਾਲ ਨਾਲ ਆਪਾਂ ਫਾਇਰ ਬ੍ਰਿਗੇਡ ਨੂੰ ਕਾਲ ਕਰਨਾ। ਫਾਇਰ ਬ੍ਰਿਗੇਡ ਤੁਹਾਡੇ ਕੋਲੇ ਬਰਨਾਲਾ ਹੈਗਾ ਗਾ, ਬਰਨਾਲੇ ਵਾਲੀ ਪੁਲਿਸ ਹੈਗੀ ਆ, ਉਹਨੂੰ ਸੂਚਨਾ ਦੇ ਸਕਦੇ ਹਾਂ। ਤੁਹਾਡੇ ਨੇੜੇ ਤੁਹਾਡਾ ਥਾਣਾ ਹੈਗਾ, ਉਹਨੂੰ ਸੂਚਨਾ ਦੇ ਸਕਦੇ ਹਾਂ। ਇਹ ਸੂਚਨਾ ਦੇਣ ਵਾਸਤੇ ਤੁਹਾਨੂੰ ਨੰਬਰ ਦੀ ਲੋੜ ਹੁੰਦੀ ਆ। ਜੇ ਆਪਣੇ ਕੋਲ ਟੈਲੀਫੋਨ ਨੰਬਰ ਨਹੀਂ, ਪਹਿਲਾਂ ਆਪਾਂ ਇੱਧਰੋਂ ਉੱਧਰੋਂ ਟੈਲੀਫੋਨ ਨੰਬਰ ਪੁੱਛਦੇ ਹਾਂ, ਜਦੋਂ ਟੈਲੀਫੋਨ ਪੁੱਛਦੇ ਹਾਂ ਉਦੋਂ ਨੂੰ ਬਹੁਤ ਦੇਰ ਹੋ ਜਾਂਦੀ ਹੈ। ਇਸ ਕਰਕੇ ਟੈਲੀਫੋਨ ਨੰਬਰ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਟੈਲੀਫੋਨ ਨੰਬਰ ਕਿੰਨਾ ਹੈਗਾ। ਮੈਂ ਤੁਹਾਨੂੰ ਇੱਕ ਵਾਰ ਰਿਪੀਟ ਕਰ ਦੇਣਾ, ਬਾਅਦ 'ਚ ਦੁਬਾਰਾ ਕਿਸੇ ਨੇ ਲਿਖਾਉਣਾ ਹੈ ਲਿਖਾ ਲਿਓ। ਫਾਇਰ ਬ੍ਰਿਗੇਡ ਬਰਨਾਲੇ ਦਾ ਟੈਲੀਫੋਨ ਨੰਬਰ ਹੈਗਾ 01679, ਅੱਗੇ ਕੋਡ ਜ਼ਰੂਰ ਲਾਉਣਾ ਹੈਗਾ। ਆਪਾਂ ਜਿਹੜੇ ਜ਼ਿਲ੍ਹੇ 'ਚ ਉੱਥੇ ਦਾ ਕੋਡ ਲਾਉਣਾ ਜ਼ਰੂਰੀ ਹੈਗਾ। 01679 230 101 ਨੰਬਰ ਹੈ ਉਹਦਾ, 101 ਵੀ ਇਕੱਲਾ ਨਾਲ ਲਾ ਸਕਦੇ ਹਾਂ ਕੋਡ ਦੇ। ਦੂਜਾ ਨੰਬਰ ਉਹਨਾਂ ਦਾ ਹੈਗਾ 231 755। ਪੁਲਿਸ ਦਾ ਨੰਬਰ ਹੈਗਾ 100 ਔਰ 181। ਮੋਬਾਈਲ ਨੰਬਰ ਵੀ ਕੰਟਰੋਲ ਰੂਮ ਦਾ ਹੈਗਾ, ਉਹ ਵੀ ਫੋਨ ਦੇ ਵਿੱਚ ਹੈਗਾ, ਤੁਹਾਨੂੰ ਲਿਖਾ ਦਿਆਂਗੇ। ਔਰ ਐਂਬੂਲੈਂਸ ਦਾ ਨੰਬਰ 102 ਔਰ 108। ਔਰ ਇਹਦੇ ਨਾਲ ਨਾਲ ਔਰਤਾਂ ਦੀ ਹੈਲਪਲਾਈਨ ਦਾ ਨੰਬਰ 1091, ਬੱਚਿਆਂ ਦੀ ਹੈਲਪਲਾਈਨ ਦਾ ਨੰਬਰ 1098। ਹਾਈਵੇ ਤੇ ਜਿਹੜਾ ਆਪਣਾ ਹਾਈਵੇ ਆ ਤੁਹਾਡੇ ਕੋਲ ਵੱਡਾ ਰੋਡ ਜਾਂਦਾ, ਹਾਈਵੇ ਦਾ ਨੰਬਰ 1073 ਹੈਗਾ। ਅੱਜ ਹੀ ਦੇਖਿਆ ਮੈਂ ਕੁਝ ਮੋਬਾਈਲ ਨੰਬਰ ਵੀ ਹੋਰ ਲਿਖੇ ਹੋਏ ਹੈਗੇ ਉੱਤੇ, ਉਹ ਨੰਬਰ ਆਪਾਂ ਨੂੰ ਨੋਟ ਕਰ ਲੈਣੇ ਚਾਹੀਦੇ ਆ। ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਤਾਂ ਆਪਾਂ ਨੂੰ ਉੱਥੇ ਲੋੜ ਹੁੰਦੀ ਆ ਤਾਂ ਉਹ ਹਾਈਵੇ ਨੰਬਰ ਤੋਂ ਆਪਾਂ ਨੂੰ ਮਦਦ ਮਿਲਦੀ ਆ। ਉਹਨਾਂ ਕੋਲ ਐਂਬੂਲੈਂਸ ਵੀ ਹੁੰਦੀ ਆ ਜਾਂ ਹੋਰ ਸਾਧਨ ਹੁੰਦੇ ਆ ਜਿਹੜੇ ਕੋਈ ਐਕਸੀਡੈਂਟ ਵੇਲੇ ਕੋਈ ਕਰੇਨਾਂ ਆਦਿ ਉੱਥੋਂ ਬੰਦਿਆਂ ਨੂੰ ਬਚਾ ਸਕਣ। ਸਭ ਤੋਂ ਪਹਿਲਾਂ ਆਪਾਂ ਜਾਨ ਬਚਾਉਣੀ ਹੈ, ਬਾਅਦ ਦੇ ਵਿੱਚ ਮਾਲ ਨਾਲ ਦੇ ਨਾਲ ਬਚਾਉਣਾ ਹੈ। ਜਾਨ ਮਾਲ ਦੋਨੋਂ ਦੀ ਰੱਖਿਆ ਕਰਨੀ ਹੈ। ਜਾਨ ਇਸ ਕਰਕੇ ਬੰਦੇ ਨਾਲ ਚੰਗੀ ਕੋਈ ਚੀਜ਼ ਨਹੀਂ ਹੈਗੀ। ਪਿਛਲੇ ਕਈ ਸਾਲਾਂ 3-4 ਸਾਲ ਪਹਿਲਾਂ ਧਨੌਲੇ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਔਰ ਉੱਥੇ 3 ਬੀਬੀਆਂ ਅੱਗ ਦੇ ਵਿੱਚ ਜਲ ਕੇ ਹਸਪਤਾਲ ਜਾ ਕੇ ਤਿੰਨੋਂ ਮਰ ਗਈਆਂ ਸੀ। ਇਸ ਕਰਕੇ ਜਾਨ ਬਚਾਉਣੀ ਹੈ, ਆਪਦੇ ਆਪ ਨੂੰ ਬਚਾਉਣਾ ਹੈ, ਦੂਜਿਆਂ ਨੂੰ ਬਚਾਉਣਾ ਹੈ, ਨਾਲ ਦੀ ਨਾਲ ਮਾਲ ਬਚਾਉਣਾ ਹੈ। ਕਿਸੇ ਦੀ ਫਸਲ ਦਾ ਨੁਕਸਾਨ ਨਾ ਹੋਵੇ, ਕਿਸੇ ਦੇ ਘਰ ਦਾ ਨੁਕਸਾਨ ਨਾ ਹੋਵੇ, ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਹਦੇ ਨਾਲ ਨਾਲ ਆਪਾਂ ਨੂੰ ਜ਼ਰੂਰਤ ਹੈਗੀ ਹੈ ਗ੍ਰਿਡ ਦਾ ਨੰਬਰ। ਤੁਹਾਡੇ ਨੇੜੇ ਜਿਹੜਾ ਵੀ ਗ੍ਰਿਡ ਹੈ ਜਿੱਥੋਂ ਬਿਜਲੀ ਚੱਲਦੀ ਹੈ ਜਾਂ ਬੰਦ ਹੁੰਦੀ ਹੈ, ਉਹ ਆਪਾਂ ਨੰਬਰ ਜ਼ਰੂਰੀ ਹੈ। ਜੇਈ ਦਾ ਨੰਬਰ, ਲਾਈਨਮੈਨ ਦਾ ਨੰਬਰ, ਬਿਜਲੀ ਦੇ ਐਸਟੀਓ ਦਾ ਨੰਬਰ, ਬਿਜਲੀ ਦੇ ਐਕਸੀਅਨ ਦਾ ਨੰਬਰ ਔਰ ਐਸਸੀਐਮ ਸਾਹਿਬ ਦਾ ਨੰਬਰ, ਡੀਸੀ ਸਾਹਿਬ ਦਾ ਨੰਬਰ, ਪੁਲਿਸ ਦੇ ਸਾਰੇ ਨੰਬਰ। ਤੁਹਾਡੇ ਨੇੜੇ ਜਿਹੜਾ ਥਾਣਾ ਉਹਦਾ ਨੰਬਰ ਜ਼ਰੂਰ ਹੋਣਾ ਚਾਹੀਦਾ। ਕਿਸੇ ਵੇਲੇ ਵੀ ਆਪਾਂ ਨੂੰ ਥਾਣੇ ਦੀ ਮਦਦ ਲੋੜ ਹੁੰਦੀ ਹੈ। ਜੇ ਆਪਾਂ ਨੂੰ ਹੋਰ ਕੋਈ ਵੀ ਨੰਬਰ ਨਹੀਂ ਲੱਗਦਾ, ਕਈ ਵਾਰ ਫਾਇਰ ਬ੍ਰਿਗੇਡ 'ਤੇ ਕੀ ਹੁੰਦਾ ਗਾ ਤਾਂ ਆਪਾਂ ਕਹਿੰਦੇ ਉਹਨਾਂ ਸਾਡਾ ਨੰਬਰ ਨਹੀਂ ਚੁੱਕਿਆ, ਪਰ ਹੁੰਦਾ ਕਿ ਉੱਥੇ ਆਹੀ ਸੀਜ਼ਨ ਦੇ ਵਿੱਚ ਬਹੁਤ ਕਾਲਾਂ ਆਈਆਂ ਹੁੰਦੀਆਂ। ਕਈ ਵਾਰ ਇੰਨੀਆਂ ਕੁ ਗੱਲਾਂ ਆ ਜਾਂਦੀਆਂ ਟੈਲੀਫੋਨ ਵਿਹਲਾ ਹੀ ਨਹੀਂ ਹੁੰਦਾ, ਆਪਾਂ ਨੂੰ ਐਂ ਲੱਗਦਾ ਹੁੰਦਾ ਸਾਡਾ ਨੰਬਰ ਨਹੀਂ ਚੱਕਿਆ। ਇਸ ਕਰਕੇ ਤੁਸੀਂ ਜੇ ਸਾਡਾ ਨੰਬਰ ਫਾਇਰ ਬ੍ਰਿਗੇਡ ਦਾ ਨਹੀਂ ਲੱਗਦਾ, ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ, ਡੀਸੀ ਨੂੰ ਕਾਲ ਕਰ ਸਕਦੇ ਹੋ, ਐਸਸੀਐਮ ਨੂੰ ਕਾਲ ਕਰ ਸਕਦੇ ਹੋ। ਤੁਹਾਡਾ ਐਮਐਲਏ ਨੂੰ ਕਾਲ ਕਰੋ, ਐਮਐਲਏ ਦੀ ਡਿਊਟੀ ਬਣਦੀ ਹੈ, ਐਮਐਲਏ ਫੌਰਨ ਕਰੂ, ਉਹਦੀ ਸੁਣਨਗੇ ਵੀ। ਇਸ ਕਰਕੇ ਇਹ ਸਾਰੇ ਨੰਬਰ ਆਪਣੇ ਕੋਲ ਹੋਣੇ ਬਣਦੇ ਹੈਗੇ ਆ। ਇਹਨਾਂ ਸਾਰੇ ਨੰਬਰਾਂ ਤੋਂ ਆਪਾਂ ਫਾਇਦਾ ਲੈ ਸਕਦੇ ਹਾਂ। ਇਹਦੇ ਨਾਲ ਨਾਲ ਆਪਣੇ ਕੋਲੇ ਫਾਇਰ ਬ੍ਰਿਗੇਡ ਹੈਗਾ, ਬਰਨਾਲਾ ਹੈਗਾ, ਮਾਨਸਾ ਹੈਗਾ, ਰਾਏਕੋਟ ਹੈਗਾ, ਦੂਰੋਂ ਦੂਰੋਂ ਸੰਗਰੂਰ ਹੈਗਾ, ਇੱਧਰ ਬਠਿੰਡਾ ਹੈਗਾ ਔਰ ਟਰਾਈਡੈਂਟ ਕੋਲੇ ਹੈਗਾ, ਏਅਰਫੋਰਸ ਕੋਲੇ ਫਾਇਰ ਬ੍ਰਿਗੇਡ ਹੈਗਾ। ਸਟੈਂਡਰਡ ਕਾਰਪੋਰੇਸ਼ਨ ਵਾਲੇ ਜਿਹੜੇ ਹੈਗੇ ਉਹਨਾਂ ਕੋਲ ਫਾਇਰ ਬ੍ਰਿਗੇਡ ਦਾ ਇੱਕ ਟਰੈਕਟਰ ਟੈਂਕਰ ਬਣਾਇਆ ਹੋਏਗਾ। ਇਹ ਸਾਰੇ ਸਾਨੂੰ ਮਦਦ ਦਿੰਦੇ ਆ। ਇਹਨਾਂ ਸਾਰਿਆਂ ਨੂੰ ਕਿਤੇ ਵੀ ਲੋੜ ਹੁੰਦੀ ਆ ਅਸੀਂ ਇਹਨਾਂ ਦਿਨਾਂ 'ਚ ਵਰਤਦੇ ਹੈਗੇ ਆ ਔਰ ਇਹਨਾਂ ਤੋਂ ਫਾਇਦਾ ਲੈਂਦੇ ਹੈਗੇ। ਔਰ ਇਹਦੇ ਨਾਲ ਨਾਲ ਖੇਤਾਂ ਦੇ ਵਿੱਚ ਆਪਾਂ ਰਾਸਤੇ ਸਹੀ ਰੱਖਣੇ ਹੈਗੇ ਆ ਤਾਂ ਕਿ ਫਾਇਰ ਬ੍ਰਿਗੇਡ ਦੀ ਗੱਡੀ ਜਾਂ ਕੋਈ ਵੱਡੀ ਗੱਡੀ ਉੱਥੇ ਪਹੁੰਚਣੀ ਹੋਵੇ ਤਾਂ ਪਹੁੰਚ ਸਕੇ। ਇਹਨਾਂ ਦਿਨਾਂ 'ਚ ਆਪਣੇ ਕੋਲ ਉੱਥੇ ਖਾਲ ਨੂੰ ਕਈ ਵਾਰ ਵੱਢ ਕੇ ਅੱਗੇ ਗੱਡੀ ਲਿਜਾਣੀ ਹੋਵੇ ਤਾਂ ਕਹੀ ਵੀ ਜ਼ਰੂਰੀ ਹੈ। ਤਾਂ ਇਹ ਛੋਟੇ ਛੋਟੇ ਸੰਦ ਹੈਗੇ ਆ ਜਿਹੜੇ ਆਪਾਂ ਨੂੰ ਰੱਖਣੇ ਜ਼ਰੂਰੀ ਹੈਗੇ ਆ।
ਗੈਂਤੀ ਵੀ ਜ਼ਰੂਰੀ ਹੈ, ਉੱਥੇ ਬੇਲਚਾ ਜ਼ਰੂਰੀ ਹੈ, ਉਹਦੇ ਨਾਲ ਨਾਲ ਇੱਕ ਟੋਚਨ ਵੀ ਜ਼ਰੂਰੀ ਹੈ। ਇਹਨਾਂ ਦਿਨਾਂ 'ਚ ਇੱਕ ਤੁਹਾਨੂੰ ਰਿਕੁਐਸਟ ਹੈ, ਜਿਹੜਾ ਇਹ ਟੈਂਕਰ ਬਣਾਇਆ ਹੈਗਾ ਇਹ 'ਤੇ ਜੇ ਟੋਚਨ ਰੱਖਦੇ ਹੋ ਉਹ ਵੀ ਹੋਰ ਵਧੀਆ ਗੱਲ ਹੈ, ਕਿਉਂਕਿ ਪਾਣੀ ਹੁੰਦਾ, ਜ਼ਿਆਦਾ ਵਜਨ ਹੁੰਦਾ, ਕਿਸੇ ਵੇਲੇ ਖੁੱਭ ਗਿਆ ਦੂਜਾ ਟਰੈਕਟਰ ਪਾ ਕੇ ਆਪਾਂ ਫੱਟ ਕੱਢ ਲਾਂਗੇ, ਗਾਹਾਂ ਲੈ ਜਾਵਾਂਗੇ। ਟੋਚਨ ਜ਼ਰੂਰ ਟਰੈਕਟਰ 'ਤੇ ਰੱਖ ਦਿਓ। ਸਾਨੂੰ ਲੋੜ ਪੈਂਦੀ ਹੈ, ਸਾਡੀਆਂ ਗੱਡੀਆਂ ਬਹੁਤ ਵਾਰੀਆਂ ਫਸਦੀਆਂ ਹਨ, ਤਾਂ ਇਸ ਕਰਕੇ ਇਹ ਗੱਲਾਂ ਯਾਦ ਆਉਂਦੀਆਂ ਹਨ, ਤਾਂ ਆਪਾਂ ਵੀ ਇਹ ਰੱਖ ਲਾਂਗੇ ਤਾਂ ਚੰਗੀ ਗੱਲ ਹੈਗੀ ਆ। ਇਹ ਸਾਰੀਆਂ ਗੱਲਾਂ ਨੂੰ ਅਪਣਾਉਂਦੇ ਹੋਏ ਆਪਾਂ ਨੁਕਸਾਨ ਤੋਂ ਬਚਾ ਕਰਨਾ ਹੈਗਾ। ਫਾਇਰ ਬ੍ਰਿਗੇਡ ਜਿਵੇਂ ਹੈਗਾ, ਇਸੇ ਤਰੀਕੇ ਨਾਲ ਛੋਟੇ ਛੋਟੇ ਯੰਤਰ ਵੀ ਹੈਗੇ ਆ, ਜਿਵੇਂ ਸਾਡੇ ਕੋਲੇ ਯੰਤਰ ਪਏ ਆ, ਆਪਾਂ ਚੱਕ ਕੇ ਅੱਗੇ ਲਿਆਉਂਦੇ ਆ, ਤੁਹਾਨੂੰ ਦਿਖਾਉਂਦੇ ਆ। ਆਪਾਂ ਸਾਰਿਆਂ ਨੇ ਬਹੁਤ ਵਧੀਆ ਕੋਠੀਆਂ ਬਣਾ ਰੱਖੀਆਂ ਨੇ। ਕੋਠੀ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ ਹੈਗਾ, ਆਪਣੇ ਕੋਲ ਕੋਈ ਸਾਧਨ ਨਹੀਂ ਕਿ ਆਪਾਂ ਅੱਗ ਬੁਝਾ ਸਕੀਏ, ਪਾਣੀ ਇਕੱਲਾ ਹੈਗਾ। ਪਰ ਇਹ ਜੇ ਫਾਇਰ ਐਕਸਟਿੰਗੁਇਸ਼ਰ ਕਹਿੰਦੇ ਆ ਇਹਨੂੰ, ਅੱਗ ਬੁਝਾਊ ਯੰਤਰ ਕਹਿੰਦੇ ਆ। ਜੇ ਆਪਣੀ ਕੋਠੀ 'ਚ ਇੱਕ ਅੱਧਾ ਜ਼ਰੂਰ ਲੱਗਿਆ ਹੋਣਾ ਚਾਹੀਦਾ। ਜੇ 2 ਮੰਜ਼ਿਲ ਹੈਗਾ, ਮੈਂ ਤਾਂ ਇਹ ਕਹਿੰਦਾ ਨਾ, ਇੱਕ ਉੱਪਰ ਇੱਕ ਥੱਲੇ ਦੋਨੋਂ ਥਾਂ ਚਾਹੀਦਾ ਹੈਗਾ। ਲੌਬੀ ਦੇ ਵਿੱਚ ਲਾ ਕੇ ਰੱਖੋ ਔਰ ਲੁਕੋ ਕੇ ਨਹੀਂ ਰੱਖਣਾ। ਆਪਾਂ ਕਈ ਵਾਰ ਐਂ ਹੁੰਦਾ ਇਹਨੂੰ ਤਾਂ ਟੰਗਿਆ ਹੋਵੇ ਸਾਹਮਣੇ। ਇੱਕ ਮੇਰੀ ਹੋਰ ਯਾਦ ਆ ਗਿਆ ਬੇਨਤੀ, ਜੇ ਆਪਣੇ ਇਹ 2 ਯੰਤਰ ਗੁਰੂ ਘਰ ਹੈਗੇ ਆ ਤਾਂ ਠੀਕ ਹੈਗੇ ਆ, ਅਦਰਵਾਈਜ਼ ਗੁਰੂ ਘਰ ਵੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਅਦ ਦੇ ਵਿੱਚ ਆਪਾਂ ਲਾਂਭੇ ਦਿੰਦੇ ਰਹਿਣੇ ਆ ਕਿ ਆਹ ਕੰਮ ਹੋ ਗਿਆ ਜੀ, ਸ਼ਾਰਟ ਸਰਕਟ ਹੁੰਦਾ ਤਾਂ ਸ਼ਾਰਟ ਸਰਕਟ, 9 ਗ੍ਰੰਥੀ ਦਾ ਜੇ ਕਿਸੇ ਹੋਰ ਮੇਰੇ ਵਰਗੇ ਤਾਂ ਲੱਗ ਜਾਂਦਾ। ਇਸ ਕਰਕੇ ਇਹ ਸਾਰੇ ਕੁਝ ਨਾ ਹੋਵੇ, ਤੁਰੰਤ ਹੀ ਕੋਈ ਨੁਕਸਾਨ ਹੋਣ ਤੋਂ ਬਚਾ ਸਕੀਏ, ਤਾਂ ਆਪਾਂ ਫਰਜ਼ ਬਣਦਾ ਹੈਗਾ ਕਿ ਗੁਰੂ ਘਰ ਦੀ ਸੰਭਾਲ ਵੀ ਆਪਾਂ ਹੀ ਕਰਨੀ ਹੈਗੀ ਆ। ਆਪਣਾ ਤਾਂ ਇਹ ਦਾਤਾ ਹੈਗਾ, ਪਰ ਆਪਣਾ ਫਰਜ਼ ਬਣਦਾ ਆਪਾਂ ਸੇਵਾ ਕਰੀਏ। ਔਰ ਇਹਦੇ ਨਾਲ ਨਾਲ ਇਹ ਜਿਹੜੇ ਸਿਲੰਡਰ ਹੈਗੇ ਆ ਬਹੁਤ ਸਸਤੇ ਹੈਗੇ ਆ, ਬਹੁਤਾ ਮਹਿੰਗਾ ਨਹੀਂ ਹੈਗਾ। 1000 ਤੋਂ 1500 ਦੇ ਵਿੱਚ ਆ ਜਾਂਦਾ ਇੱਕ ਸਿਲੰਡਰ 4 ਕਿਲੋ ਵਾਲਾ। ਆਹ ਛੋਟੇ ਹੈਗੇ ਆ, ਇਹ ਅਸੀਂ ਟ੍ਰੇਨਿੰਗ ਵਾਸਤੇ ਨਾਲ ਰੱਖਿਆ। ਕੰਮ ਇਹ ਵੀ ਬਹੁਤ ਵਧੀਆ ਕਰਦੇ ਹੈਗੇ ਆ, ਪਰ ਇਹਨਾਂ ਦਾ ਟਾਈਮ ਬਹੁਤ ਘੱਟ ਹੁੰਦਾ, ਔਰ ਪਰ ਅੱਗ 'ਤੇ ਪੂਰਾ ਅਸਰ ਕਰਦੇ ਆ। ਇਹ ਚਲਾਉਣ ਬਾਰੇ ਵੀ ਆਪਾਂ ਸਿੱਖਾਂਗੇ। ਔਰ ਇਹਦੇ ਨਾਲ ਨਾਲ ਅਸਮਾਨੀ ਬਿਜਲੀ ਜੇ ਕਿਤੇ ਡਿੱਗਦੀ ਹੈਗੀ ਆ, ਉਹਦੇ ਬਚਾਅ ਵਾਸਤੇ ਆਪਾਂ ਜਦੋਂ ਵੀ ਅਸਮਾਨੀ ਬਿਜਲੀ ਚਮਕਦੀ ਆ, ਆਪਾਂ ਮੋਬਾਈਲ ਨਹੀਂ ਸੁਣਨਾ, ਗੱਲ ਨਹੀਂ ਕਰਨੀ, ਕੰਨ ਨਹੀਂ ਲਾਉਣਾ, ਉਹਨੂੰ ਔਨ ਨਹੀਂ ਕਰਨਾ। ਉਹ ਬਿਜਲੀ ਸਿੱਧੀ ਮੋਬਾਈਲ ਦੇ ਵਿੱਚ ਆ ਕੇ ਬੰਦੇ ਮਰਦੇ ਦੇਖੇ ਆ। ਔਰ ਘਰ ਵਿੱਚ ਰਹੋ ਜਾਂ ਆਪਦੀ ਗੱਡੀ ਵਿੱਚ ਰਹੋ, ਦਰੱਖਤ ਥੱਲੇ ਨਾ ਖੜੇ ਹੋਵੋ। ਜੇਕਰ ਕੋਈ ਜਗ੍ਹਾ ਨਹੀਂ ਹੈਗੀ, ਤੁਸੀਂ ਬਿਜਲੀ ਅਚਾਨਕ ਚਮਕਦੀ ਆ ਤਾਂ ਇਕੱਠੇ ਹੀ ਹੋ ਕੇ ਥੱਲੇ ਬੈਠ ਸਕਦੇ ਆ, ਬੰਦਾ ਬਚਦਾ ਹੈਗਾ। ਘੱਟ ਚਾਂਸ ਹੁੰਦੇ ਆ ਬੰਦੇ ਦੇ ਨੁਕਸਾਨ ਹੋਣ ਦੇ। ਲੋਹੇ ਦੀ ਰਾੜ ਜਾਂ ਛਤਰੀ ਹੱਥ ਵਿੱਚ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਦੀ ਆ ਸਕਦੀ ਹੈ। ਕਿਸੇ ਲੋਹੇ ਦੇ ਖੰਭੇ ਕੋਲੇ ਨਹੀਂ ਖੜੇ ਹੋਣਾ, ਤਾਰਾਂ ਤੋਂ ਦੂਰ ਰਹਿਣਾ ਹੈਗਾ। ਮੋਟਰਸਾਈਕਲ ਜਾਂ ਬਾਈਕ ਦੇ ਉੱਪਰ ਨਹੀਂ ਹੋਣਾ ਚਾਹੀਦਾ। ਉਸ ਵੇਲੇ ਖੁੱਲੀ ਗੱਡੀ ਜਾਂ ਖੁੱਲੀਆਂ ਜੀਪਾਂ ਦੇ ਵਿੱਚ ਵੀ ਬੰਦੇ ਨੂੰ ਸਫ਼ਰ ਹੁੰਦਾ, ਉਸ ਟਾਈਮ ਨਹੀਂ ਕਰਨਾ ਚਾਹੀਦਾ। ਗੱਡੀ ਰੋਕ ਲਓ, ਕਿਸੇ ਦਰਖਤ ਦੇ ਕੋਲ ਜਾਂ ਤਾਰਾਂ ਦੇ ਹੇਠ ਨਾ ਖੜੀ ਕਰੋ। ਜੇਕਰ ਪਾਣੀ ਦੇ ਵਿੱਚ, ਕਈ ਵਾਰ ਆਪਾਂ ਕੰਮ ਕਰਦੇ ਹੁੰਦੇ ਹਾਂ, ਪਾਣੀ ਦੇ ਨੇੜੇ ਹੁੰਦੇ ਆ, ਤਾਂ ਪਾਣੀ ਦੇ ਵਿੱਚ ਵੀ ਨਹੀਂ ਆਪਾਂ ਖੜੇ ਹੋਣਾ, ਪਾਣੀ ਤੋਂ ਬਾਹਰ ਆ ਜਾਣਾ। ਪਾਣੀ ਦੇ ਵਿੱਚ ਰਾਹੀਂ ਵੀ ਨੁਕਸਾਨ ਬੰਦੇ ਦਾ ਹੋ ਸਕਦਾ ਹੈਗਾ। ਘਰ ਵਿੱਚ ਵੀ ਜੇ ਆਪਾਂ ਹੈਗੇ ਆ, ਬਿਜਲੀ ਚਮਕਦੀ ਆ, ਨੰਗੇ ਪੈਰਾਂ ਵਾਲੇ ਬੰਦੇ ਨੂੰ ਜ਼ਿਆਦਾ ਨੁਕਸਾਨ ਹੋਊਗਾ। ਜੇ ਸ਼ੂ ਪਾਏ ਹੋਣਗੇ ਤਾਂ ਘੱਟ ਨੁਕਸਾਨ ਹੋਊਗਾ। ਔਰ ਜੇਕਰ ਕਿਸੇ ਬੰਦੇ ਨੂੰ ਅੱਗ ਲੱਗ ਜਾਂਦੀ ਹੈ, ਫਿਰ ਆਪਾਂ ਕੀ ਕਰਨਾ? ਬਹੁਤ ਸਾਰੀ ਵਾਰ ਬੰਦੇ ਆਤਮ ਹੱਤਿਆ ਕਰ ਲੈਂਦੇ ਆ, ਅੱਗ ਲਾ ਲੈਂਦੇ ਆ, ਜਾਂ ਅਚਾਨਕ ਕੋਈ ਲੱਗ ਜਾਂਦੀ ਹੈ ਕਿਸੇ ਬੀਬੀ ਨੂੰ ਸਟੋਵ ਤੋਂ ਜਾਂ ਗੈਸ ਤੋਂ। ਕੀ ਕਰਨਾ ਹੈਗਾ? ਆਪਾਂ ਉਹਨੂੰ ਕਹਿਣਾ ਹੈਗਾ, ਉਹ ਇੱਕਦਮ ਜਦ ਉਹਨੂੰ ਅੱਗ ਲੱਗੀ ਉਹ ਭੱਜੂਗਾ ਵੀ ਮੈਨੂੰ ਬਚਾਓ ਬਚਾਓ। ਉਹਨੂੰ ਕਹਿਣਾ ਰੁਕੋ, ਇੱਥੇ ਲੇਟ ਜਾਓ, ਜਿਹੜਾ ਪਾਸੇ ਉਹ ਲੇਟਣਗੇ ਉਹੀ ਪਾਸੇ ਜਾ ਕੇ ਬੁੱਝੂ ਧਰਤੀ ਦੇ ਨਾਲ ਲੱਗ ਕੇ, ਜਾਂ ਰੋਲ ਹੋ ਜਾਓ, ਪਲਸੇਟੇ ਲੈ ਲਓ। ਜਿਉਂ ਪਲਸੇਟੇ ਲਈ ਜਾਣਗੇ ਉਹ ਸਾਰੇ ਪਾਸੇ ਦੀ ਅੱਗ ਉਹਦੀ ਬੁੱਝ ਜਾਣੀ ਹੈ। ਆਪਣਾ ਫਰਜ਼ ਬਣਦਾ ਆਪਾਂ ਉਹਦੇ 'ਤੇ ਕੱਪੜਾ ਪਾ ਸਕਦੇ ਹਾਂ। ਕੱਪੜਾ ਆਪਾਂ ਉਹ ਬੰਦੇ ਨੂੰ ਅੱਗ ਲੱਗੀ ਆ ਉਹਦੇ ਸਾਹਮਣੇ ਜਾ ਕੇ ਨਹੀਂ ਪਾ ਸਕਦੇ, ਕਿਉਂਕਿ ਉਹ ਬੰਦੇ ਨੇ ਤੁਹਾਨੂੰ ਹੀ ਫੜ ਲੈਣਾ ਕਿ ਉਹਨੂੰ ਤਕਲੀਫ ਹੈ। ਇਸ ਕਰਕੇ ਸਾਹਮਣੇ ਜਾ ਕੇ ਨਹੀਂ, ਉਹਦੇ ਪਿੱਛੇ ਉਹਨੂੰ ਗੱਲੀ ਲਾ ਲਓ, ਉਹਦੇ ਪਿੱਛੇ ਦੀ ਜਾ ਕੇ ਪਾ ਲਓ। ਜੇ ਲੇਟਿਆ ਹੈ ਉਹਨੂੰ ਇੱਕਦਮ ਢੱਕ ਦਿਓ, ਉੱਤੇ ਦੱਬ ਲਓ, ਉੱਥੇ ਅੱਗ ਬੁੱਝ ਜਾਏਗੀ। ਔਰ ਉਹਦੇ 'ਤੇ ਪਾਣੀ ਪਾ ਸਕਦੇ ਹਾਂ। ਔਰ ਉਹਨੂੰ ਸਾਹ ਦੇਣਾ ਵੀ ਬਣਦਾ ਹੈਗਾ। ਕਈ ਵਾਰ ਬੰਦਿਆਂ ਨੂੰ ਖੂਹੀ 'ਚ ਦਬ ਜਾਂਦੇ ਆ, ਬੇਹੋਸ਼ ਹੋ ਜਾਂਦੇ ਆ, ਜਾਂ ਹੋਰ ਕਿਸੇ ਢੰਗ ਨਾਲ ਵੀ ਕੋਈ ਬੰਦਾ ਬੇਹੋਸ਼ ਹੁੰਦਾ, ਤਾਂ ਉਹਨੂੰ ਬਾਰ-ਬਾਰ ਛਾਤੀ ਪ੍ਰੈਸ ਕਰਨੀ ਹੈ, ਜਾਂ ਮੂੰਹ ਰਾਹੀਂ ਸਾਹ ਦੇ ਸਕਦੇ ਹਾਂ। 2 ਵਾਰ ਮੂੰਹ ਨਾਲ ਸਾਹ ਦੇਣਾ ਹੈਗਾ। ਛਾਤੀ ਜਿਹੜੀ ਹੈ 30 ਵਾਰ ਪ੍ਰੈਸ ਕਰਨੀ ਹੈ। ਇਹਨੂੰ CPR ਕਹਿੰਦੇ ਆ ਇੰਗਲਿਸ਼ ਵਿੱਚ, ਮੂੰਹ ਨਾਲ ਸਾਹ ਦੇਣਾ। ਇਹ ਜਿੰਨੀ ਦੇਰ ਤੱਕ ਆਪਾਂ ਹਸਪਤਾਲ ਨਹੀਂ ਪਹੁੰਚਦੇ, ਉਹ ਬੰਦੇ ਨੂੰ ਬਾਰ-ਬਾਰ, ਕਈ ਵਾਰ ਹਾਰਟ ਅਟੈਕ ਹੁੰਦਾ, ਤੁਸੀਂ ਦੇਖਿਆ ਹੋਣਾ ਡਾਕਟਰ ਬਾਰ-ਬਾਰ ਪ੍ਰੈਸ ਕਰਦਾ, ਜ਼ੋਰ-ਜ਼ੋਰ ਦੀ ਦੱਬਦਾ, ਇੱਥੇ ਕੁੱਟਦਾ ਵੀ ਹੈਗਾ। ਆਪਾਂ ਨੂੰ ਤਾਂ ਲੱਗਦਾ ਵੀ ਕਰ ਕੀ ਰਿਹਾ, ਉਹ ਜ਼ੋਰ-ਜ਼ੋਰ ਤਾਂ ਕਿ ਬੰਦੇ ਨੂੰ ਸਾਹ ਆ ਜਾਵੇ। ਇਸ ਕਰਕੇ ਇਹ ਸਾਰੇ ਕੰਮ ਆਪਾਂ ਨੂੰ ਆਉਣੇ ਚਾਹੀਦੇ ਆ, ਪਤਾ ਹੋਣਾ ਚਾਹੀਦਾ, ਜ਼ਰੂਰੀ ਹਨ। ਔਰ ਅੱਗਾਂ ਕਈ ਕਿਸਮ ਦੀਆਂ ਹੈਗੀਆਂ। ਸਭ ਤੋਂ ਪਹਿਲਾਂ ਲੱਕੜੀ, ਕੱਪੜਾ, ਪੇਪਰ। ਇਸ ਕਿਸਮ ਦੀ ਅੱਗ ਨੂੰ ਆਪਾਂ ਪਾਣੀ ਨਾਲ ਬੁਝਾ ਸਕਦੇ ਹਾਂ, ਰੇਤਾ ਪਾ ਕੇ ਬੁਝਾ ਸਕਦੇ ਹਾਂ, ਮਿੱਟੀ ਨਾਲ ਬੁਝਾ ਸਕਦੇ ਹਾਂ। ਇਹ ਯੰਤਰ ਵੀ ਆਉਂਦੇ ਹਨ ਪਾਣੀ ਦੇ। ਔਰ ਦੂਸਰੀ ਅੱਗ ਹੈ ਤੇਲ ਦੀ ਅੱਗ। ਤੇਲ ਦੀ ਅੱਗ ਨੂੰ ਆਪਾਂ ਕਦੀ ਪਾਣੀ ਨਾਲ ਨਹੀਂ ਬੁਝਾ ਸਕਦੇ।
ਤੇ ਮੰਨ ਲਓ ਆਪਣੇ ਚੁੱਲ੍ਹੇ ਤੇ ਕੜਾਹੀ ਪਈ ਹੈ, ਉਹਦੇ ਵਿੱਚ ਤੇਲ ਹੈ, ਆਪਾਂ ਪਾਣੀ ਪਾਵਾਂਗੇ, ਪਾਣੀ ਭਾਰੀ ਹੁੰਦਾ, ਤੇਲ ਹਲਕਾ ਹੁੰਦਾ, ਬਾਹਰ ਨਿਕਲੂ, ਸਾਰੀ ਘਰ 'ਚ ਅੱਗ ਫੈਲ ਜੂਗੀ। ਜਿੱਥੇ ਤੱਕ ਤੇਲ ਜਾਊਗਾ ਉੱਥੇ ਤੱਕ ਅੱਗ ਫੈਲ ਜੂਗੀ। ਕੜਾਹੀ ਤੁਹਾਡੇ ਕੋਲ ਹੈਗੀ ਹੈ, ਛੋਟਾ ਜਿਹਾ ਸਾਧਨ ਹੈ, ਤੁਹਾਡੇ ਕੋਲ ਇੱਕ ਢੱਕਣ ਵੀ ਹੈਗਾ, ਉਹ ਢੱਕਣ ਕੜਾਹੀ ਤੇ ਰੱਖੋ, ਉੱਪਰੋਂ ਦੱਬ ਲਓ, ਨਾਲ ਦੀ ਨਾਲ ਅੱਗ ਬੰਦ, ਆਕਸੀਜਨ ਬੰਦ, ਹਵਾ ਬੰਦ, ਅੱਗ ਵੀ ਬੰਦ। ਔਰ ਇਹਦੇ ਵਾਸਤੇ ਇੱਕ ਫੋਮ ਆਉਂਦੀ ਹੈ ਜਿਹੜੇ ਫਾਇਰ ਬ੍ਰਿਗੇਡ ਵਾਲੇ ਇਸਤੇਮਾਲ ਕਰਦੇ ਹਨ। ਉਹ ਫੋਮ ਇੱਕ ਝੱਗ ਦਾ ਰੂਪ ਹੁੰਦੀ ਹੈ, ਉਹ ਪਾਣੀ 'ਚ ਮਿਕਸ ਕਰਕੇ ਤੇਲ ਦੇ ਉੱਤੇ ਪਾਈ ਜਾਂਦੀ ਹੈ। ਪਾਣੀ ਘੱਟ ਹੁੰਦਾ, ਉਹਦੇ ਨਾਲ ਝੱਗ ਵੱਧ ਬਣਦੀ ਆ, ਉਹਦੀ ਲੇਅਰ 'ਤੇ ਫੈਲ ਜਾਂਦੀ ਆ। ਜਿਹੜਾ ਆਪਣਾ ਤੇਲ ਹੁੰਦਾ ਇੱਕ ਲੇਅਰ ਬਣਾ ਦਿੰਦੀ ਆ, ਬੁਲਬੁਲੇ ਬਣ ਜਾਂਦੇ ਹਨ। ਉਹ ਬੁਲਬੁਲਿਆਂ ਕਰਕੇ ਉੱਥੇ ਦੀ ਆਕਸੀਜਨ ਕੱਟ ਆਫ ਹੋ ਜਾਂਦੀ ਹੈ ਔਰ ਉਹ ਅੱਗ ਤੇਲ ਦੀ ਬੁਝ ਜਾਂਦੀ ਹੈ। ਅਗਲੀ ਅੱਗ ਹੈਗੀ ਹੈ ਗੈਸ ਦੀ ਅੱਗ। ਗੈਸ ਦੇ ਵਿੱਚ ਆਪਣੇ ਕੋਲ ਘਰੇ LPG ਸਿਲੰਡਰ ਸਾਰਿਆਂ ਕੋਲ ਹੈਗਾ। LPG ਸਿਲੰਡਰ ਨੂੰ ਜਦੋਂ ਵੀ ਅੱਗ ਲੱਗਦੀ, ਆਪਾਂ ਇਹ ਦੋ ਅੱਗਾਂ ਹੋ ਰਹੀਆਂ, ਉਹਨਾਂ ਤੋਂ ਬਾਅਦ ਕਰਾਂਗੇ ਇਹਨੂੰ ਡਿਸਕਸ, ਇਹਦੇ 1 ਮਿੰਟ ਵੱਧ ਲੱਗੂਗਾ। ਉਸ ਤੋਂ ਬਾਅਦ ਹੈਗੀ ਆ ਤੁਹਾਡੀ ਮੈਟਲ ਦੀ, ਕਿਸੇ ਵੀ ਧਾਤੂ ਨੂੰ ਅੱਗ ਲੱਗ ਜਾਂਦੀ ਆ, ਉਸ ਨੂੰ ਆਪਾਂ ਡਰਾਈ ਕੈਮੀਕਲ ਪਾਊਡਰ ਨਾਲ ਬੁਝਾ ਸਕਦੇ ਹਾਂ। ਔਰ ਬਹੁਤ ਜ਼ਿਆਦਾ ਧਾਤੂ ਗਰਮ ਹੋਗਾ, ਪਾਣੀ ਨਹੀਂ ਪਾ ਸਕਦੇ ਆਪਾਂ। ਜਦੋਂ ਸ਼ੁਰੂਆਤ, ਇਸੇ ਕਰਕੇ ਆਪਣੀ ਟ੍ਰੇਨਿੰਗ ਹੈ, ਜਦੋਂ ਅੱਗ ਸ਼ੁਰੂ ਹੈ ਉਸੇ ਵੇਲੇ ਪਾਣੀ ਪਾ ਸਕਦੇ ਹੋ। ਉਸ ਵੇਲੇ ਉਹ ਗਰਮ ਵੀ ਨਹੀਂ ਹੁੰਦੀ ਔਰ ਘੱਟ ਗਰਮ ਹੁੰਦੀ ਹੈ, ਤਾਂ ਉਹ ਬੁਝ ਜੂ, ਠੰਡੀ ਹੋ ਜੂਗੀ। ਜਦ ਬਹੁਤ ਜ਼ਿਆਦਾ ਗਰਮ ਹੋ ਗਈ, ਉੱਥੇ ਆਪਾਂ CO2 ਇਹਨਾਂ 'ਚ ਆਉਂਦਾ, ਇੱਕ CO2 ਦਾ ਸਿਲੰਡਰ ਵੀ ਆਉਂਦਾ। CO2 ਵੀ ਨਹੀਂ ਇਸਤੇਮਾਲ ਕਰ ਸਕਦੇ ਮੈਟਲ ਦੇ ਉੱਤੇ, ਕਿਸੇ ਵੀ ਧਾਤੂ 'ਤੇ। ਕਿਉਂ? ਧਾਤੂ ਗਰਮ ਹੋਈ ਵੀ ਹੈ ਬਹੁਤ ਜ਼ਿਆਦਾ, ਉਹ 'ਤੇ CO2 ਠੰਡੀ ਹੁੰਦੀ ਹੈ। ਜਦੋਂ ਉਹ 'ਤੇ ਇਸਤੇਮਾਲ ਕਰਾਂਗੇ ਤਾਂ ਉਹਦਾ ਬਲਾਸਟ ਹੋ ਜੂ, ਉਹ ਫਟ ਜੂਗੀ। DCP ਪਾਊਡਰ ਆਉਂਦਾ, ਉਹਦੇ ਨਾਲ ਆਪਾਂ ਬੁਝਾ ਸਕਦੇ ਹਾਂ। ਉਦੋਂ ਅਗਲੀ ਅੱਗ ਹੈਗੀ ਬਿਜਲੀ ਦੀ ਅੱਗ। ਬਿਜਲੀ ਦੀ ਅੱਗ ਆਪਣੀ ਗਲਤੀ ਕਰਕੇ ਲੱਗਦੀ ਆ, ਓਵਰਲੋਡ ਕਰਕੇ ਲੱਗਦੀ ਹੈ। ਓਵਰਲੋਡ ਕੀ ਹੁੰਦਾ ਹੈਗਾ, ਆਪਣੇ ਘਰ ਦੇ ਵਿੱਚ ਤਾਰਾਂ ਲੱਗੀਆਂ ਹੋਈਆਂ ਨੇ, ਹੁਣ ਆਪਣੇ ਕੋਲ ਸਮਾਨ ਵੱਧਦਾ ਚਲੇਗਾ, ਕੂਲਰ ਆ ਗਿਆ, AC ਆ ਗਿਆ, ਹੋਰ ਕੁਛ ਆ ਗਿਆ, ਤਾਰਾਂ ਪੁਰਾਣੀਆਂ ਸੀਗੀਆਂ, ਉਹੀ ਤਾਰਾਂ ਗਰਮ ਹੋ ਜਾਣਗੀਆਂ, ਓਵਰਲੋਡ ਹੋ ਜਾਣਗੀਆਂ, ਅੱਗ ਲੱਗ ਜੂਗੀ। ਔਰ ਉਹ ਅੱਗ ਬੁਝਾਉਣ ਵਾਸਤੇ ਆਪਾਂ ਕੀ ਕਰਨਾ ਹੈਗਾ, ਸਭ ਤੋਂ ਪਹਿਲਾਂ ਮੇਨ ਸੁੱਚ ਆਫ ਕਰਨੀ ਹੈ। ਔਰ ਉਹ ਪਲੱਗ ਹੈਗਾ, ਉਹਦੀ 3 ਪਲੱਗ, ਇੱਕ ਮਲਟੀ ਲਾ ਲੈਣਾ, ਮਲਟੀ ਪਲੱਗ ਆਪਾਂ, ਉਹ ਹੁੰਦਾ ਥੋੜ੍ਹੀ ਦੇਰ ਕੰਮ ਕਰਨ ਵਾਸਤੇ। ਪਰ ਆਪਾਂ 24 ਘੰਟੇ ਉਹਨੂੰ ਲਾਈ ਰੱਖਦੇ ਹਾਂ, ਉਹਦੀ ਤਾਰਾਂ ਫਸਾਈ ਰੱਖਦੇ ਹਾਂ, ਤਾਂ ਉਹ ਤਾਰਾਂ ਜਿਹੜੀਆਂ ਫਸਾਉਂਦੇ ਆ ਉਹਦੇ ਵਿੱਚ ਉਹ ਸਪਾਰਕ ਕਰਕੇ ਅੱਗ ਲੱਗ ਜਾਂਦੀ ਹੈ, ਸ਼ਾਰਟ ਸਰਕਟ ਹੋ ਜਾਂਦਾ ਹੈ। ਉਹ ਨਹੀਂ, ਉਹ ਥੋੜ੍ਹੀ ਦੇਰ ਕੰਮ ਕਰਨ ਵਾਸਤੇ ਹੈਗਾ। ਔਰ ਜੇ ਤਾਰ ਨਹੀਂ ਫਸਾਉਣੀ, ਜੇ ਉਹਦੇ ਵਿੱਚ ਵੀ ਪਲੱਗ ਫਿੱਟ ਕਰਕੇ ਪਲੱਗ 'ਚ ਪਲੱਗ ਪਾਉਣਾ ਹੈਗਾ, ਫਿਰ ਠੀਕ ਹੈ। ਅਦਰਵਾਈਜ਼ ਉਹ ਸਾਧਨ ਬਣ ਜਾਂਦਾ ਇੱਕ ਸ਼ਾਰਟ ਸਰਕਟ ਹੋਣ ਦਾ। ਮੇਨ ਸੁੱਚ ਆਫ ਕਰ ਸਕਦੇ ਹਾਂ, ਗ੍ਰਿਪ ਕੱਢ ਸਕਦੇ ਹਾਂ, ਆਟੋ ਕੱਟ ਅੱਜ ਕੱਲ੍ਹ ਲੱਗੇ ਹੋਏ, ਆਟੋ ਕੱਟ ਆਫ ਕਰ ਸਕਦੇ ਹਾਂ। ਆਟੋ ਕੱਟ 'ਤੇ ਭਰੋਸਾ ਨਾ ਕਰੋ, ਆਟੋ ਕੱਟ ਕਈ ਵਾਰ ਖਰਾਬ ਹੋ ਗਿਆ ਤਾਂ ਉਹ ਨਹੀਂ ਗਿਰਿਆ, ਤਾਂ ਆਪਾਂ ਉਹਨੂੰ ਬੰਦ ਕਰਨਾ ਹੈਗਾ, ਗਿਰਾਉਣਾ ਹੈਗਾ। ਇਹ ਸਾਰੇ ਸਾਧਨ ਹੈਗੇ ਬਿਜਲੀ ਦੀ ਅੱਗ। ਉਸ ਤੋਂ ਬਾਅਦ ਉਹ ਆਮ ਅੱਗ ਹੋ ਜਾਂਦੀ ਹੈ, ਉਹ 'ਤੇ ਰੇਤਾ ਪਾ ਸਕਦੇ ਹਾਂ, DCP ਪਾਊਡਰ ਨਾਲ ਬੁਝਾ ਸਕਦੇ ਹਾਂ, CO2 ਨਾਲ ਬੁਝਾ ਸਕਦੇ ਹਾਂ, ਔਰ ਪਾਣੀ ਨਾਲ ਵੀ ਬੁਝਾ ਸਕਦੇ ਹਾਂ। ਪਰ ਪਾਣੀ ਉਹੀ ਬੰਦਾ ਪਾਊਗਾ ਹਿੰਮਤ ਨਾਲ। ਆਪਾਂ ਇਹ ਸਮਝਣਾ ਕਿ ਜੇ ਆਪਾਂ ਬਿਜਲੀ ਬੰਦ ਵੀ ਕਰਤੀ ਆ, ਫਿਰ ਵੀ ਉਹ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਰਾਸਤੇ ਬਿਜਲੀ ਹੋ ਸਕਦੀ ਹੈ। ਕਿਸੇ ਨੂੰ ਪਾਣੀ ਪਾਉਣ ਕਰਕੇ ਕਰੰਟ ਨਾ ਲੱਗ ਜਾਵੇ। ਡੱਬੇ 'ਚ ਪਾਣੀ ਲਾਓ, ਇੱਕਦਮ ਸਿੱਟੋ, ਹੱਥ ਪਿੱਛੇ ਖਿੱਚ ਲਓ, ਤਾਂ ਕਿ ਤੁਹਾਡੀ ਧਾਰ ਨਾਲ ਤੁਸੀਂ ਜੁੜੇ ਨਾ ਰਹਿ ਜਾਓ ਔਰ ਤੁਸੀਂ ਖਤਰੇ 'ਚ ਨਾ ਆ ਜਾਓ। ਪਾਣੀ ਪਾਉਣ ਦਾ ਕੰਮ ਬਹੁਤ ਫੁਰਤੀ ਦਾ ਹੈਗਾ। ਔਰ ਇਹ ਬਿਜਲੀ ਦੀ ਅੱਗ ਸੀਗੀ, ਮੇਨ ਸੁੱਚ ਆਫ ਵਗੈਰਾ ਕਰਨੀ ਹੈ, ਸਾਰਾ ਕੁਝ ਦੱਸਿਆ ਗਿਆ। ਹੁਣ ਆਪਾਂ ਇੱਕ ਵਾਰ ਫੇਰ ਤੋਂ ਆਉਂਦੇ ਹਾਂ ਗੈਸ ਫਾਇਰ ਤੇ LPG ਗੈਸ ਸਿਲੰਡਰ ਜਿਹੜਾ ਆਪਣੇ ਘਰੇ ਹੈਗਾ। LPG ਗੈਸ ਸਿਲੰਡਰ ਆਪਣੇ ਘਰ ਜਿਹੜਾ ਹੈਗਾ ਗਾ, ਆਪਾਂ ਡਰ ਜਾਂਦੇ ਹਾਂ ਕਿ ਇਹਨੂੰ ਅੱਗ ਲੱਗ ਗਈ ਹੁਣੇ ਫਟੂਗਾ। ਨਹੀਂ ਫਟਦਾ, ਇਹ ਬਹੁਤ ਦੇਰ ਤੱਕ ਨਹੀਂ ਫਟਦਾ, ਘੱਟੋ ਘੱਟ 20-25 ਮਿੰਟ ਕੁਛ ਵੀ ਨਹੀਂ ਹੁੰਦਾ ਉਹਨੂੰ। ਆਪਣਾ ਕੀ ਫਰਜ਼ ਹੈ? ਪਹਿਲਾ ਫਰਜ਼ 1 ਸੈਕਿੰਡ ਦਾ ਕੰਮ ਹੈ। ਤੁਹਾਡੀ ਰਸੋਈ ਦੇ ਵਿੱਚ ਖੱਦਰ ਦਾ ਪੂਣਾ ਹੈਗਾ, ਤੌਲੀਆ ਹੈਗਾ, ਤੌਲੀਆ ਗਿੱਲਾ ਕਰੋ, ਹੱਥ 'ਤੇ ਪਾਓ, ਥੱਲੇ ਸਿਲੰਡਰ ਦੇ ਬਰਾਬਰ 'ਤੇ ਬਹਿ ਜਾਓ, ਬੈਠ ਕੇ ਉਹਦਾ ਰੈਗੂਲੇਟਰ ਬੰਦ ਕਰ ਦਿਓ। ਇੰਨਾ ਕੁ ਕੰਮ ਹੈਗਾ, ਨਾਲ ਦੀ ਨਾਲ ਅੱਗ ਬੰਦ ਹੋ ਗਈ। ਇੱਕ ਆਪਾਂ ਅੱਜ ਕੱਲ੍ਹ ਨਵੀਆਂ ਕੋਠੀਆਂ ਬਣਾਈਆਂ ਹੈਗੀਆਂ, ਸਿਲੰਡਰ ਨੂੰ ਟਰਾਲੀ 'ਤੇ ਰੱਖਦੇ ਹਾਂ ਔਰ ਅੰਦਰ ਉਹ ਜਿਹੜੀ ਆਪਣਾ ਦਰਾਜ ਬਣਾਈ ਹੈ ਕੇਬਲ, ਉਹਦੇ ਵਿੱਚ ਬੰਦ ਕਰ ਦਿੰਦੇ ਹਾਂ। ਕਿਸੇ ਵੇਲੇ ਚੂਹਾ ਕੱਟਦੇ ਆਪਾਂ ਨੂੰ ਨਹੀਂ ਪਤਾ ਲੱਗਦਾ, ਲੀਕੇਜ ਹੋ ਜਾਏ ਆਪਾਂ ਨੂੰ ਨਹੀਂ ਪਤਾ ਲੱਗਦਾ। ਔਰ ਇਹ ਨਹੀਂ ਹੋਣਾ ਚਾਹੀਦਾ, ਰਸੋਈ ਤੋਂ ਬਾਹਰ ਹੋਣਾ ਚਾਹੀਦਾ। ਰਸੋਈ ਕੰਧ ਦੇ ਵਿੱਚ ਸੁਰਾਖ ਮਾਰ ਕੇ ਪਾਈਪ ਬਾਹਰ ਕੱਢ ਕੇ ਬਾਹਰਲੇ ਪਾਸੇ ਸਿਲੰਡਰ ਲਾਉਣ ਦਾ ਫਰਜ਼ ਹੈਗਾ। ਤੇ ਬਾਹਰ ਜੇ ਅੱਗ ਲੱਗੂਗੀ ਆਪਣੀ ਰਸੋਈ ਬਾਜੂ। ਅਚਾਨਕ ਕਈ ਵਾਰ ਗਲਤੀਆਂ ਹੁੰਦੀਆਂ ਜਾਂਦੀਆਂ। ਸਿੱਖਾ ਰੋਡ ਇੱਕ MC ਸਾਹਿਬ ਸੀਗੇ, ਉਹਨਾਂ ਦੇ ਘਰ 2-3 ਵਾਰ ਅੱਗ ਲੱਗੀ, ਅਖੀਰ ਉਹਨਾਂ ਨੇ ਰਸੋਈ ਅੱਡ ਬਣਾ ਲਈ। ਕਮੀ ਤਾਂ ਸਾਡੀ ਹੋਰ ਹੁੰਦੀ ਆ, ਨੌਲੇਜ ਨਹੀਂ, ਸਾਨੂੰ ਗਿਆਨ ਨਹੀਂ ਹੈ ਵੀ ਕਿਉਂ ਲੱਗ ਰਹੀ ਹੈ, ਪਰ ਅਸੀਂ ਨਵਾਂ ਕੰਮ ਖੜਾ ਕਰ ਲਿਆ, ਰਸੋਈ ਬਾਹਰ ਅੱਡ ਬਣਾ ਲਈ। ਠੀਕ ਹੈ, ਬਣਾਤੀ, ਕੋਈ ਮਾੜਾ ਨਹੀਂ ਕੀਤਾ, ਪਰ ਬਾਰ-ਬਾਰ ਅੱਗ ਲੱਗੀ, ਸਾਡੀ ਗਲਤੀ ਕਰਕੇ ਲੱਗੀ। ਅੱਗ ਕਦੋਂ ਜ਼ਿਆਦਾ ਲੱਗਦੀ ਹੈ ਸਿਲੰਡਰ ਨੂੰ? ਜਦੋਂ ਆਪਾਂ ਸਿਲੰਡਰ ਬਦਲੀ ਕਰਦੇ ਹਾਂ, ਉਦੋਂ ਜ਼ਿਆਦਾ ਲੱਗਦੀ ਹੈ। ਉਦੋਂ ਕਿਉਂ ਲੱਗਦੀ ਹੈ? ਸਿਲੰਡਰ ਦੇ ਗਲ ਦੇ ਵਿੱਚ ਜਿਹੜੀ ਰਿੰਗ ਹੈਗੀ ਹੈ ਇੱਕ,
ਉਹ ਰਿੰਗ ਲੀਕ ਕੱਟੀ ਵੀ ਹੁੰਦੀ ਆ, ਉੱਥੋਂ ਲੀਕੇਜ ਹੋ ਜਾਂਦੀ ਆ। ਕਈ ਵਾਰ ਉਹ ਹੁੰਦੀ ਹੋਈ ਨਹੀਂ, ਆਪਾਂ ਤੋਂ ਪਹਿਲਾਂ ਕਿਸੇ ਹੋਰ ਨੇ ਕੱਢ ਲਈ ਹੁੰਦੀ ਆ ਜਾਂ ਕੰਪਨੀ ਤੋਂ ਪਿੱਛੋਂ ਆਈ ਨਹੀਂ ਹੁੰਦੀ। ਉਹ ਰਿੰਗ ਉਹਦੇ ਵਿੱਚ ਪਹਿਲਾਂ ਚੈੱਕ ਕਰੋ, ਫਿਰ ਲਾਓ। ਫਿਰ ਜਦੋਂ ਲਾਉਣੇ ਆ, ਮਾਚਿਸ ਜਗਾਉਣ ਤੋਂ ਪਹਿਲਾਂ, ਲਾਈਟਰ ਲਾਉਣ ਤੋਂ ਪਹਿਲਾਂ ਚੈੱਕ ਕਰ ਲਓ ਸੁੰਘ ਕੇ, ਤੁਹਾਨੂੰ ਪਤਾ ਲੱਗੂ। ਇਹ ਗੈਸ ਦੇ ਵਿੱਚ ਵੈਸੇ ਮੁਸ਼ਕ ਨਹੀਂ ਹੁੰਦਾ, ਇੱਕ ਮੁਸ਼ਕ ਪਾਇਆ ਹੋਇਆ ਹੁੰਦਾ ਵੀ ਇਹ ਗੈਸ ਲੀਕੇਜ ਦਾ ਪਤਾ ਲੱਗ ਜਾਵੇ। ਉਹ ਗੈਸ ਲੀਕੇਜ ਤੁਹਾਨੂੰ ਪਤਾ ਲੱਗੇਗੀ। ਜੇ ਲੀਕੇਜ ਹੈਗੀ ਆ, ਮੁਸ਼ਕ ਆਉਂਦਾ, ਤੁਸੀਂ ਬਿਲਕੁਲ ਦੁਬਾਰਾ ਚੁੱਲ੍ਹਾ ਜਗਾਉਣਾ ਨਹੀਂ ਹੈਗਾ। ਜਦ ਬਿਲਕੁਲ ਮੁਸ਼ਕ ਨਾ ਆਵੇ, ਤੁਸੀਂ ਟੈਸਟ ਕਰ ਲਿਆ, ਉਸ ਤੋਂ ਬਾਅਦ ਫਿਰ ਚੁੱਲ੍ਹਾ ਜਗਾਉਣਾ ਹੈਗਾ। ਜਦੋਂ ਸਿਲੰਡਰ ਬਦਲੀ ਕਰਦੇ ਆ, ਉਦੋਂ ਇਸੇ ਕਰਕੇ ਅੱਗ ਲੱਗਦੀ ਹੈ। ਖਾਲੀ ਗੈਸ ਸਿਲੰਡਰ ਤੁਹਾਡੇ ਘਰ ਦੇ ਵਿੱਚ ਹੁੰਦਾ, ਉਹ ਉਦੋਂ ਵੀ ਜ਼ਿਆਦਾ ਰਿਸਕੀ ਹੈਗਾ, ਬਰਾਬਰ ਦਾ ਰਿਸਕੀ ਹੈ। ਖਾਲੀ ਗੈਸ ਸਿਲੰਡਰ ਨਾਲ ਧਨੌਲੇ 3 ਬੰਦੇ ਮਰੇ ਸੀ ਇੱਕ ਦੁਕਾਨ ਦੇ ਵਿੱਚ। ਛੋਟੀ ਜਿਹੀ ਸਟੋਰੀ ਤੁਹਾਨੂੰ ਸੁਣਾ ਦਿੰਦਾ। ਦੁਕਾਨ ਦੇ ਵਿੱਚ ਰਾਤ ਦਾ ਸਿਲੰਡਰ ਉਹਨਾਂ ਖਤਮ ਹੋ ਗਿਆ ਸੀ। ਸਵੇਰੇ ਘਰੋਂ ਹੋਰ ਲੈ ਕੇ ਆਏ ਸੀਗੇ। ਸਵੇਰੇ ਮੋਟਰਸਾਈਕਲ ਵਾਲਾ ਆ ਗਿਆ ਅਚਾਨਕ 9 ਵਜੇ ਹੀ ਵੀ ਮੇਰੀ ਮੋਟਰਸਾਈਕਲ ਠੀਕ ਕਰੋ। ਔਰ ਉਹ ਕਹਿੰਦੇ ਜੀ 2 ਮਿੰਟ ਰੁਕੋ, ਚਾਹ ਬਣਾ ਕੇ ਚਾਹ ਪੀ ਕੇ ਫਿਰ ਕੰਮ ਸ਼ੁਰੂ ਕਰਾਂਗੇ। ਔਰ ਮੋਟਰਸਾਈਕਲ ਵਾਲਾ ਉੱਥੇ ਬੈਠ ਗਿਆ। ਉਹਦੇ ਨੇੜੇ ਖਾਲੀ ਸਿਲੰਡਰ ਪਿਆ ਸੀ, ਉਹ ਤੇ ਕੈਪ ਨਹੀਂ ਲਾਈ ਹੋਈ ਸੀ, ਢੱਕਣ ਨਹੀਂ ਲਾਇਆ ਹੋਇਆ ਸੀਗਾ। ਉਹਨੇ ਆਪਣੀ ਚਾਬੀ ਨਾਲ, ਉਹਨੂੰ ਵੀ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ, ਖੇਲਦੇ ਖੇਲਦੇ ਉਹਦੇ ਉੱਤੇ 2-3 ਵਾਰ ਪ੍ਰੈਸ ਕਰਤਾ ਉਹਨੂੰ, ਖਾਲੀ ਸਿਲੰਡਰ ਦੀ ਨੌਬ ਨੂੰ। ਉਹਦੇ ਚੋਂ ਇੰਨੀ ਕੁ ਗੈਸ ਬਾਹਰ ਆ ਗਈ ਕਿ ਉਹ 3 ਬੰਦੇ ਉਧਰੋਂ ਗੈਸ, ਉਹ ਉਧਰੋਂ ਚਾਹ ਵਾਲਾ ਚਾਹ ਬਣਾਉਣੀ ਸ਼ੁਰੂ ਕਰ ਲਈ। ਦੋਨਾਂ ਦਾ ਟਾਈਮ ਰਲ ਗਿਆ ਔਰ ਇੱਕਦਮ ਉੱਥੇ ਭਮੂਕੇ ਵਾਂਗੂ ਅੱਗ ਲੱਗ ਗਈ, ਜਿਹੜੀ ਉੱਥੇ ਗੈਸ ਉਸ ਦੁਕਾਨ ਦੇ ਵਿੱਚ ਫੈਲੀ ਹੋਈ ਸੀ। 3 ਬੰਦਿਆਂ ਨੂੰ ਅੱਗ ਲੱਗ ਗਈ। 3 ਬੰਦਿਆਂ ਨੇ ਆਪਦੀ ਨਾਲੀ 'ਚ ਲੇਟ ਕੇ ਅੱਗ ਬੁਝਾਈ ਆਪਦੀ। ਨੇੜੇ ਕੋਈ ਬੰਦਾ ਨਹੀਂ ਸੀਗਾ ਉੱਥੇ। ਔਰ ਹਸਪਤਾਲ ਜਾਂਦੇ ਹੋਏ 3 ਬੰਦੇ ਪੀਜੀਆਈ ਤੱਕ ਗਏ, ਮਰ ਗਏ। ਇਸ ਕਰਕੇ ਖਾਲੀ ਗੈਸ ਸਿਲੰਡਰ ਘਰੇ ਰੱਖਣ ਦਾ ਵੀ 10 ਫੁੱਟ ਦਾ ਫਾਸਲਾ ਹੈਗਾ, ਜਦਕਿ ਆਪਾਂ ਸਟੋਰ ਸਾਰੇ 5-7 ਸਿਲੰਡਰ ਇਕੱਠੇ ਰੱਖ ਦਿੰਦੇ ਹਾਂ। ਇਹ ਹੈਗਾ ਜੀ ਅੱਗ ਬੁਝਾਉਣ ਵਾਲਾ ਸਿਲੰਡਰ ਯੰਤਰ। ਇਹਨੂੰ ਆਪਾਂ ਕਿਵੇਂ ਚਲਾਉਣਾ ਹੈਗਾ? ਇਹਦੇ ਵਿੱਚ ਡਾਈ ਕੈਮੀਕਲ ਪਾਊਡਰ ਹੈਗਾ, ਲਗਭਗ ਮਲਟੀਪਰਪਜ਼ ਹੈ। ਔਰ ਇਹਦੇ ਉੱਤੇ ਇੱਕ ਮੀਟਰ ਹੈਗਾ। ਇਹਦੀ ਸੂਈ ਜੇ ਹਰੇ 'ਚ ਰਹਿੰਦੀ ਹੈ, ਗ੍ਰੀਨ 'ਚ ਰਹਿੰਦੀ ਹੈ, ਤਾਂ ਇਹਦਾ ਮਤਲਬ ਠੀਕ ਹੈ, ਚੱਲੇਗਾ। ਔਰ ਜੇ ਉੱਪਰ ਲਾਲ 'ਚ ਹੈ ਤਾਂ ਵੀ ਖਤਰੇ 'ਚ ਆ, ਜੇ ਥੱਲੇ ਹੈਗਾ ਫਿਰ ਤਾਂ ਡੈਡ ਹੈ। ਇਹਨੂੰ ਕਰਨਾ ਕੀ ਹੈ? ਇਹਦੇ ਅੱਗੇ ਇੱਕ ਸੀਲ ਲੱਗੀ ਹੋਈ ਆ। ਇਹ ਸੀਲ ਤੋੜਨੀ ਹੈਗੀ ਆ। ਛੋਟੀ ਜਿਹੀ ਸੀਲ ਹੈ, ਜਿਵੇਂ ਆਪਣੇ ਮੀਟਰ ਨੂੰ ਲੱਗੀ ਹੁੰਦੀ ਆ। ਪਿੰਨ ਬਾਹਰ ਕੱਢ ਲੈਣੀ ਆ। ਗੁਟਕਾ ਬਾਹਰ ਨਿਕਲਿਆ। ਗੁਟਕਾ ਇਸੇ ਕਰਕੇ ਲੱਗਿਆ ਕਿ ਦਬਾ ਨਾ ਹੋਵੇ। ਹੁਣ ਆਪਾਂ ਇਹਦੀ ਸੀਲ ਤੋੜ ਲਈ, ਪਿੰਨ ਕੱਢ ਲਈ, ਗੁਟਕਾ ਨਿਕਲ ਗਿਆ, ਇੱਦਾਂ ਹੱਥ 'ਤੇ ਚੱਕਿਆ ਪਿਆ ਹੈਗਾ। ਹੁਣ ਇਹਨੂੰ ਆਪਾਂ ਚਲਾਉਣਾ ਕਿਵੇਂ? ਮੰਨ ਲਓ ਇੱਥੇ ਅੱਗ ਲੱਗੀ ਵੀ ਆ, ਇਹ ਸੀਗਾ ਇੱਥੇ ਅੱਗ ਲੱਗੀ ਵੀ ਆ। ਇੱਥੋਂ ਮੈਂ 2 ਤਰੀਕੇ ਨੇ, ਇੱਕ ਸਾਹਮਣੇ ਖੜਾ ਹੋਊਗਾ ਜਾਂ ਆਹ ਸਾਈਡ ਖੜਾ ਹੋਊਗਾ ਜਾਂ ਉੱਧਰ, ਹੋਰ ਤਾਂ ਕੋਈ ਰਸਤਾ ਨਹੀਂ ਹੈਗਾ। ਮੈਂ ਇੱਦਾਂ ਨਹੀਂ ਖੜਾ ਹੋਣਾ, ਇਹਨੂੰ ਸਾਹਮਣੇ ਨਹੀਂ ਚਲਾਉਣਾ। ਇਹਨੂੰ ਚਲਾਉਣਾ ਤਾਂ ਸਾਈਡ ਤੋਂ ਹੀ ਚਲਾਉਣਾ, ਕਿਉਂਕਿ ਜਦ ਸਾਹਮਣੇ ਚਲਾਊਂਗਾ ਤਾਂ ਇਹਦੇ 'ਚੋਂ ਪ੍ਰੈਸ਼ਰ ਨਾਲ ਪਾਊਡਰ ਨਿਕਲੂਗਾ, ਕੰਧ 'ਚ ਵੱਜੂਗਾ ਤੇ ਵਾਪਸ ਮੇਰੀਆਂ ਅੱਖਾਂ 'ਚ ਆਊਗਾ। ਇਸ ਕਰਕੇ ਇਹ ਸਾਈਡ ਤੋਂ ਚਲਾਉਣਾ। ਇੱਥੇ ਜਾ ਕੇ ਮੌਕੇ ਤੇ ਦੱਬਣਾ ਹੈਗਾ। ਔਰ ਇਹਨੂੰ ਇਸ ਦੀ ਜਿੱਥੇ ਬੇਸ ਹੈ, ਜਿੱਥੇ ਇਹਦਾ ਜੜ ਹੈਗੀ ਆ, ਜੜ ਤੇ ਆਪਾਂ ਜਿੱਥੇ ਅੱਗ ਲੱਗੀ ਹੋਈ ਆ ਉਸ ਤੇ ਬਾਰ-ਬਾਰ ਚਲਾਵਾਂਗੇ, ਥੋੜਾ ਹਿਲਾਵਾਂਗੇ, ਅੱਗ ਬਹੁਤ ਛੇਤੀ ਬੁਝੂਗੀ। ਇੰਨਾ ਕੁ ਕੰਮ ਆ। ਦੂਸਰਾ ਹੈਗਾ ਜੋ ਆਪਾਂ ਕਾਰਾਂ 'ਚ ਰੱਖ ਸਕਦੇ ਹਾਂ, ਆਪਦੇ ਵਹੀਕਲ 'ਚ ਰੱਖ ਸਕਦੇ ਹਾਂ। ਇਹ 4 ਕਿਲੋ ਤੋਂ ਘੱਟ ਨਹੀਂ ਲੈਣਾ ਚਾਹੀਦਾ। 1 ਕਿਲੋ ਵਾਲਾ 4 ਕਿਲੋ ਵਾਲਾ 1500-1000 ਦੇ ਵਿੱਚ ਆ ਜਾਊਗਾ। ਔਰ ਇਹ ਆਪਾਂ ਇਸਤੇਮਾਲ ਕਰ ਸਕਦੇ ਹਾਂ। ਇਹਦੇ ਨਾਲ CO2 ਜਿਹੜਾ ਤੁਹਾਨੂੰ ਵਾਰ-ਵਾਰ ਕਹਿੰਦਾ ਸੀਗਾ, CO2 ਕੀ ਹੈਗਾ? CO2 ਵਾਲਾ ਇਹੋ ਜਿਹਾ ਹੁੰਦਾ ਹੈਗਾ। ਆਹ ਹੈਗਾ ਜੀ CO2 ਵਾਲੇ, ਜਿੰਨਾ 'ਚ ਵੱਡੀ ਸਾਰੀ ਪਾਈਪ ਲੱਗੀ ਹੋਈ ਲੰਮੀ ਜੀ, ਇਹ CO2 ਹੈ, ਆਕਸੀਜਨ ਗੈਸ ਹੈ। ਆਹ ਪਾਈਪ ਰਾਹੀਂ ਗੈਸ ਤੋਂ ਬਾਹਰ ਆਊਗੀ ਤਾਂ ਥੋੜੀ ਜ਼ਿਆਦਾ ਆਵਾਜ਼ ਆਊਗੀ। ਕਈ ਵਾਰ ਬੰਦੇ ਜਦ ਇਹਨੂੰ ਖੋਲਦਾ, ਇਹਨੂੰ ਖੋਲਣਾ ਆਹੀ ਢੰਗ ਆ। ਇਹਦੇ ਉੱਪਰਲੇ ਪਾਸੇ ਟੂਟੀ ਵਾਂਗੂ ਹੁੰਦਾ, ਪਿੰਨ ਕੱਢੀ ਇਹਦੇ 'ਚ ਉੱਪਰ ਨੂੰ, ਟੂਟੀ ਵਾਂਗੂ ਖੋਲਿਆ ਔਰ ਉਹਨੂੰ ਚੱਕ ਕੇ ਉੱਪਰ ਨੇੜੇ ਲੈ ਗਿਆ ਅੱਗ ਦੇ, ਔਰ ਆਹ ਪਾਈਪ ਨੂੰ ਅੱਗ ਵੱਲ ਕਰਤਾ ਤੇ ਆਹ ਉੱਪਰੋਂ ਟੂਟੀ ਖੋਲਣੀ ਹੈਗੀ ਆ। ਔਰ ਇਹਦੇ 'ਚੋਂ ਆਵਾਜ਼ ਆਊ, ਡਰਨਾ ਨਹੀਂ। ਸਾਇੰਸ ਦੀ ਥੋੜੀ ਜ਼ਿਆਦਾ ਆਵਾਜ਼ ਆਊਗੀ। ਕਈ ਵਾਰ ਲੋਕ ਸਿੱਟ ਕੇ ਭੱਜ ਜਾਂਦੇ ਵੀ ਇਹਨੂੰ ਕੁਝ ਹੋ ਗਿਆ। ਇਹਨੂੰ ਕੁਝ ਨਹੀਂ ਹੋਇਆ ਹੁੰਦਾ, ਆਪਾਂ ਹੀ ਡਰ ਜਾਂਦੇ ਹਾਂ। ਇਹ ਸਾਰੇ ਕਿਸਮ ਦੇ ਇਹ ਫਾਇਰ ਐਕਸਟਿੰਗੁਇਸ਼ਰ ਦੱਸੇ ਹੋਏ ਹੈਗੇ ਆ। ਧੰਨਵਾਦ ਤੁਹਾਡਾ ਸਾਰਿਆਂ ਦਾ।